हेलो एवरीवन, ਅੱਜ ਆਪਣਾ ਨੈਕਸਟ ਚੈਪਟਰ ਹੈ ਕੰਟਰੋਲਿੰਗ ਦਾ ਕਨਸੈਪਟ ਹੁੰਦਾ ਕੀ ਹੈ ਕਿ ਆਪਾਂ ਜਿਹੜੇ ਆਪਣੇ ਜਿੰਨੇ ਵੀ ਸਕਾਰਸ ਰਿਸੋਰਸਿਸ ਹੈ ਨਾ, ਘੱਟ ਤੋਂ ਘੱਟ ਰਿਸੋਰਸਿਸ ਆਪਾਂ ਬੈਸਟ ਪੋਸੀਬਲ ਵੇ ਦੇ ਵਿੱਚ ਯੂਜ਼ ਕਰੀਏ ਤੇ ਪਲਾਨਸ ਫਾਰਮੂਲੇਟ ਕਰੀਏ ਇਹਨਾਂ ਨੂੰ ਅਚੀਵ ਕਰਨ ਲਈ, ਬੈਟਰ ਰਿਜ਼ਲਟ ਲੈ ਕੇ ਆਉਣ ਲਈ ਆਰਗੇਨਾਈਜੇਸ਼ਨ ਦੇ ਵਿੱਚ। ਕੰਟਰੋਲਿੰਗ ਇੱਕ ਇਹੋ ਜਿਹਾ ਪ੍ਰੋਸੈਸ ਹੈ, ਇਹ ਕੰਪੇਅਰ ਕਰਦਾ ਹੈ ਐਕਚੁਅਲ ਪਰਫਾਰਮੈਂਸ ਤੇ with the planned performance and taking corrective action in case of deviation between the actual and planned performance। ਕਿ ਕੀ ਆਪਣੀ ਐਕਚੁਅਲ ਪਰਫਾਰਮੈਂਸ ਆਈ ਹੈ। ਸਪੋਜ਼ ਆਪਾਂ ਨੇ ਪਲਾਨਿੰਗ ਕੀਤੀ ਸੀ ਵੀ ਹੈਵ ਟੂ ਮੇਕ 10 ਪ੍ਰੋਡਕਟਸ, ਬਟ ਆਪਣੇ ਹੋਏ ਨੇ 12 ਜਾਂ ਹੋਏ ਨੇ 8। ਠੀਕ ਹੈ, ਵੀ 8 ਕਿਉਂ ਹੋਏ ਨੇ, 12 ਕਿਉਂ ਹੋਏ ਹੈ। ਦਿਸ ਇਜ਼ ਐਕਚੁਅਲ ਪਰਫਾਰਮੈਂਸ ਐਂਡ ਦਿਸ ਇਜ਼ planned ਨਹੀਂ ਸੌਰੀ ਦਿਸ ਇਜ਼ ਪਲੈਨਡ ਇਨ ਪਰਫਾਰਮੈਂਸ, ਦਿਸ ਇਜ਼ ਐਕਚੁਅਲ ਪਰਫਾਰਮੈਂਸ। ਕਿ ਇਹਨਾਂ ਦਾ ਆਪਣੇ ਇੱਕ ਦੂਜੇ ਨਾਲ ਕੀ ਕੰਪੈਰੀਜ਼ਨ ਹੈ, ਕੀ ਡੈਵੀਏਸ਼ਨਸ ਆਉਂਦੇ ਨੇ, ਕੀ ਚੇਂਜਸ ਆਉਂਦੇ ਨੇ। Controlling cannot prevent deviations, but it can minimize them by taking actions and decisions that can reduce their reoccurrence। ਹੁਣ ਅਗਰ ਆਪਣੇ 8 ਹੋਏ ਹਨ, ਕੰਟਰੋਲਿੰਗ ਆਪਣੀ ਡੈਵੀਏਸ਼ਨਸ ਨੂੰ ਮਤਲਬ ਚੇਂਜ ਨਹੀਂ ਕਰ ਸਕਦੀ, ਪ੍ਰੀਵੈਂਟ ਨਹੀਂ ਕਰ ਸਕਦੀ ਕਿ ਆਪਣੀ ਡੈਵੀਏਸ਼ਨ ਨਾ ਹੋਣ, ਬਟ ਇਹਨੂੰ ਮਿਨੀਮਾਈਜ਼ ਕਰ ਸਕਦੀ ਹੈ। ਨੈਕਸਟ ਟਾਈਮ ਆਪਾਂ ਧਿਆਨ ਰੱਖਾਂਗੇ ਕਿ ਹਾਂਜੀ ਆਪਣੇ ਤੋਂ ਗਲਤੀ ਹੋਈ ਤਾਂ ਕਿਉਂ ਹੋਈ, ਇਹਨੂੰ ਆਪਾਂ ਰੀਅਕਰੈਂਸ ਨਹੀਂ ਕਰਦੇ, ਫਿਰ ਆਪਾਂ ਦੁਬਾਰਾ ਨਹੀਂ ਇਸ ਚੀਜ਼ ਨੂੰ ਰਿਪੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਕੰਟਰੋਲਿੰਗ ਇਜ਼ ਐਨ ਇੰਪੋਰਟੈਂਟ ਮੈਨੇਜਰੀਅਲ ਫੰਕਸ਼ਨਸ ਵਿਚ ਕੰਟਰੀਬਿਊਟ ਟੂਵਰਡ ਅਚੀਵਮੈਂਟਸ ਆਫ ਆਰਗੇਨਾਈਜੇਸ਼ਨ ਗੋਲ। ਕੰਟਰੋਲਿੰਗ ਇੱਕ ਬਹੁਤ ਇੰਪੋਰਟੈਂਟ ਫੰਕਸ਼ਨ ਹੈ, ਮੈਨੇਜਰੀਅਲ ਫੰਕਸ਼ਨ ਹੈ ਕਿ ਜੋ ਕੰਟਰੀਬਿਊਟ ਕਰਦਾ ਆਪਣੇ ਆਰਗੇਨਾਈਜੇਸ਼ਨ ਗੋਲ ਨੂੰ ਅਚੀਵ ਕਰਨ ਲਈ। ਤਾਂ ਕੁਝ ਡੈਫੀਨੇਸ਼ਨਸ ਹੈ, ਆਪਾਂ ਡੈਫੀਨੇਸ਼ਨ ਕਰ ਰਹੇ ਹਾਂ। ਫਸਟ ਡੈਫੀਨੇਸ਼ਨਸ ਬਾਈ ਜਾਰਜ ਆਰ ਟੈਰੀ। ਕੰਟਰੋਲਿੰਗ ਇਜ਼ ਡਿਟਰਮਾਈਨਿੰਗ, ਫਸਟ ਆਫ ਆਲ ਜਦੋਂ ਤੁਸੀਂ ਡੈਫੀਨੇਸ਼ਨ ਲਿਖ ਕੇ ਆਉਂਦੇ ਹੋ ਨਾ, ਤਾਂ ਡੈਫੀਨੇਸ਼ਨ ਇਜ਼ ਸ਼ੁੱਡ ਬੀ ਪ੍ਰੋਪਰ ਇਨ ਅ ਪ੍ਰੋਪਰ ਹੈਡ, ਮਤਲਬ ਲਾਈਨ। ਏਵਰੀ ਡੈਫੀਨੇਸ਼ਨਸ ਨਹੀਂ ਹੁੰਦੀਆਂ, ਇਹ ਜਸਟ ਤੁਸੀਂ ਐਕਸਪਲੇਨੇਸ਼ਨ ਹੁੰਦੀ ਹੈ, ਡੈਫੀਨੇਸ਼ਨ ਇਹੀ ਹੁੰਦੀ ਹੈ। ਤਾਂ ਪ੍ਰੋਪਰ ਉਹਦਾ ਅਗਰ ਰਾਈਟਰ ਦਾ ਵੀ ਨੇਮ ਲਿਖ ਕੇ ਆਓਗੇ ਨਾ, ਤਾਂ ਤੁਹਾਡੇ ਮਾਰਕਸ ਬਹੁਤ ਅੱਛੇ ਮਿਲਦੇ ਨੇ। ਠੀਕ ਹੈ, ਕੁਛ ਮੇਨ ਜਿਵੇਂ ਸਟਾਫਿੰਗ, ਡਾਇਰੈਕਟਿੰਗ, ਕੰਟਰੋਲਿੰਗ, ਇਹਨਾਂ ਦੀ ਡੈਫੀਨੇਸ਼ਨਸ ਰੀਡ ਕਰਨੀਆਂ, ਇਹਨਾਂ ਨੂੰ ਤੁਹਾਨੂੰ ਆਉਣਾ ਚਾਹੀਦਾ। ਕੰਟਰੋਲਿੰਗ ਇਜ਼ ਡਿਟਰਮਾਈਨ ਵਟ ਇਜ਼ ਬੀਇੰਗ ਅਕੰਪਲਿਸ਼, ਦੈਟ ਇਜ਼ ਇਵੈਲੂਏਟਿੰਗ ਦ ਪਰਫਾਰਮੈਂਸ। ਕੀ ਆਪਾਂ ਨੇ ਅਕੰਪਲਿਸ਼ ਕਰ ਲਿਆ, ਕੀ ਆਪਾਂ ਨੇ ਗੋਲ ਅਚੀਵ ਕਰ ਲਿਆ, ਤਾਂ ਇਵੈਲੂਏਟ ਕਰਨਾ ਪਰਫਾਰਮੈਂਸ ਨੂੰ। ਤੇ ਕੁਛ ਨੈਸੈਸਰੀ ਇੰਪੋਰਟੈਂਟ ਅਪਲਾਈਂਗ ਕਰੈਕਟ ਮੇਜਰ ਸੋ ਦੈਟ ਪਰਫਾਰਮੈਂਸ ਟੇਕ ਪਲੇਸ ਅਕੋਰਡਿੰਗ ਟੂ ਪਲਾਨ। ਕਿ ਉਵੇਂ ਤਰੀਕੇ ਅਪਣਾਉਣੇ ਕਿ ਜਿਹੜੀ ਆਪਾਂ ਨੇ ਪਰਫਾਰਮੈਂਸ ਕੀਤੀ ਹੈ ਉਹ ਪਲਾਨ ਦੇ ਅਕੋਰਡਿੰਗ ਹੀ ਹੋ ਰਹੀ ਹੈ। ਓਕੇ, ਕੰਟਰੋਲ ਇਜ਼ ਨਾਟ ਲਿਮਿਟਿਡ ਓਨਲੀ ਟੂ ਫਾਈਂਡਿੰਗ ਆਊਟ ਡੈਵੀਏਸ਼ਨ। ਕੰਟਰੋਲ ਸਿਰਫ ਇਹ ਨਹੀਂ ਹੁੰਦਾ ਕਿ ਆਪਾਂ ਸਿਰਫ ਚੇਂਜਿਸ ਹੀ ਲੱਭਣੇ ਹੈ, ਬਟ ਆਲਸੋ ਟਰਾਈ ਟੂ ਫਾਈਂਡ ਰੀਜ਼ਨ ਐਂਡ ਸੋਲਿਊਸ਼ਨ ਫॉर द ਪ੍ਰੋਬਲਮਸ। ਅਗਰ ਆਪਣੀ ਕੁਛ ਵੀ ਇਹਨਾਂ ਦੇ ਪ੍ਰੋਬਲਮਸ ਵੀ ਲੱਭਣੀਆਂ ਨੇ, ਆਪਣਾ ਸੋਲਿਊਸ਼ਨ ਵੀ ਲੱਭਣੇ ਨੇ। ਇਫ ਦ ਪਲਾਨਡ ਦੇਖੋ ਆਊਟਪੁੱਟ 2000 ਯੂਨਿਟਸ, ਠੀਕ ਹੈ, ਆਪਣੀ ਪਲਾਨਡ ਆਪਾਂ 2000 ਕੀਤੀ ਸੀ, ਬਟ ਐਕਚੁਅਲ ਆਊਟਪੁੱਟ ਹੋਈ ਹੈ 1800 ਦੀ। ਤਾਂ ਡੈਵੀਏਸ਼ਨ ਕਿੱਥੇ ਆ ਰਹੀ ਹੈ? ਇਨਐਫੀਸ਼ੀਐਂਸੀ ਆਫ ਵਰਕਰ, ਕਿ ਵਰਕਰ ਨਹੀਂ ਸਹੀ ਤਰੀਕੇ ਨਾਲ ਕੰਮ ਕਰ ਰਹੇ ਜਾਂ ਉਹਨਾਂ ਕੋਲ ਪ੍ਰੋਪਰ ਟ੍ਰੇਨਿੰਗ ਨਹੀਂ ਹੈ। ਠੀਕ ਹੈ, ਇੰਪਰੂਵ ਕਰੋ, ਫਿਰ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿਓ, ਉਹਨਾਂ ਨੂੰ ਪ੍ਰੋਪਰ ਮੋਟੀਵੇਸ਼ਨ ਦਿਓ। Similarly, the other reason for inefficiency are also analyzed and necessary measures are taken to rectify them। ਕੁਛ ਹੋਰ ਵੀ ਜਿਹੜੇ ਰੀਜ਼ਨਸ ਹੁੰਦੇ ਨੇ ਉਹਨਾਂ ਨੂੰ ਲੱਭੋ ਅਤੇ ਉਹਨਾਂ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਫੀਚਰ ਤੇ ਨੇਚਰ ਆਫ ਕੰਟਰੋਲਿੰਗ। ਫੀਚਰ ਤੇ ਨੇਚਰ ਆਫ ਕੰਟਰੋਲਿੰਗ ਕੀ ਨੇ ਫੀਚਰਸ ਨੇ ਇਹਨਾਂ ਦੇ। ਕੰਟਰੋਲਿੰਗ ਇਜ਼ ਅ ਗੋਲ ਓਰੀਐਂਟਡ। ਕੰਟਰੋਲਿੰਗ ਫੰਕਸ਼ਨ ਇਨਸ਼ੋਰਸ ਦੈਟ ਐਵਰੀਬਡੀ ਵਰਕਸ Controlling functions ensures that everybody works as per the plans and the goals are achieved as per schedule। ਮਤਲਬ ਜੋ ਵੀ ਆਪਾਂ ਨੇ ਪਲਾਨ ਕੀਤਾ ਸੀ ਗੋਲ ਨੂੰ ਅਚੀਵ ਕਰਨਾ, ਵੀ ਉਸ ਦੇ ਅਕੋਰਡਿੰਗ ਹੀ ਸਭ ਵਰਕ ਕਰਨ। ਦ ਪਰਫਾਰਮੈਂਸ ਇਜ਼ ਰੈਗੂਲਰਲੀ ਮੈਂਸ਼ਨਡ, ਪਰਫਾਰਮੈਂਸ ਸਭ ਦੀ ਰੈਗੂਲਰਲੀ ਮੈਂਸ਼ਨਡ ਹੁੰਦੀ ਹੈ। ਐਂਡ deviations if any are corrected at the earliest so that organization goal are reached in time। ਕਿ ਜੋ ਵੀ ਪਰਫਾਰਮੈਂਸ ਹੈ ਰੈਗੂਲਰਲੀ ਮੋਨੀਟਰ ਕਰੋ, ਡੈਵੀਏਸ਼ਨਸ ਪ੍ਰੋਪਰਲੀ ਮੋਨੀਟਰ ਕਰੋ। ਵੀ ਅਗਰ ਕੋਈ ਤਕਲੀਫ ਆ ਰਹੀ ਹੈ ਤਾਂ ਦੇਖੋ ਅਤੇ ਉਹਨਾਂ ਨੂੰ ਕਰੈਕਟ ਕਰੋ ਜਲਦੀ ਤੋਂ ਜਲਦੀ, ਕਿ ਤਾਂ ਕਿ ਆਪਾਂ ਆਪਣਾ ਆਰਗੇਨਾਈਜੇਸ਼ਨ ਦਾ ਗੋਲ ਨੂੰ ਅਚੀਵ ਕਰ ਸਕਦੇ ਹਾਂ ਰਾਈਟ ਟਾਈਮ। ਕੰਟਰੋਲਿੰਗ ਇਜ਼ ਅ ਪਰਵਸਿਵ ਫੰਕਸ਼ਨ। ਇੰਪੋਰਟੈਂਟ ਪਹਿਲਾਂ, ਕੰਟਰੋਲਿੰਗ ਇਜ਼ ਐਕਸਰਸਾਈਜ਼ ਐਟ ਐਵਰੀ ਲੈਵਲ ਆਫ ਮੈਨੇਜਮੈਂਟ। ਕੰਟਰੋਲਿੰਗ ਹਰ ਲੈਵਲ 'ਤੇ ਆਉਂਦੀ ਹੈ, ਪਰਵਸਿਵ ਮੇਨ ਫੰਕਸ਼ਨ ਹੁੰਦਾ ਇਹ। ਅ ਮੈਨੇਜਰ ਵਿਲ ਹੈਵ ਟੂ ਸੀ ਦੈਟ ਹਿਜ਼ ਸਬਆਰਡੀਨੇਟ ਪਰਫਾਰਮ ਅਕੋਰਡਿੰਗ ਟੂ ਪਲਾਨ ਐਟ ਆਲ ਦਾ ਟਾਈਮ। ਕਿ ਉਹਨੂੰ ਦੇਖਣਾ ਪੈਂਦਾ ਕਿ ਜੋ ਵੀ ਉਹਨੇ ਪਲਾਨ ਬਣਾਏ ਸੀ ਮੈਨੇਜਰਸ ਨੇ, ਜੋ ਸਬਆਰਡੀਨੇਟਸ ਹੈ, ਉਹ ਹਰ ਟਾਈਮ ਉਸਨੂੰ ਕਰ ਰਿਹਾ ਜਾਂ ਨਹੀਂ ਕਰ ਰਿਹਾ। ਤਾਂ ਕੰਟਰੋਲ ਹਮੇਸ਼ਾ ਆਪਾਂ ਨੂੰ ਚਾਹੀਦਾ। ਸੋ ਕੰਟਰੋਲ ਇਜ਼ ਐਕਸਰਸਾਈਜ਼ ਟਿਲ ਦ ਆਰਗੇਨਾਈਜੇਸ਼ਨ ਇਜ਼ ਸਰਵਾਈਵਿੰਗ। ਕੰਟਰੋਲ ਜ਼ਰੂਰੀ ਹੈ ਲਗਾਉਣਾ, ਦੇਖਣਾ, ਜਦੋਂ ਤੱਕ ਆਰਗੇਨਾਈਜੇਸ਼ਨ ਸਰਵਾਈਵ ਕਰ ਰਹੀ ਹੈ। ਕੰਟਰੋਲ ਇਜ਼ ਬਹੁਤ ਫਾਰਵਰਡ ਲੁਕਿੰਗ ਐਂਡ ਬੈਕਵਰਡ ਲੁਕਿੰਗ।
Control is forward looking because the corrective action in controlling is taken to prevent the reoccurrence of the deviation in future. ਕੰਟਰੋਲ ਫਾਰਵਰਡ ਲੁਕਿੰਗ ਵੀ ਹੁੰਦੀ ਹੈ ਕਿ ਤਾਂ ਕਿ ਜੋ ਆਪਾਂ ਨੇ ਗਲਤੀ ਅੱਜ ਕੀਤੀ ਹੈ ਉਹ ਅੱਗੇ ਫਿਊਚਰ 'ਚ ਨਾ ਕਰੀਏ। ਇਟ ਲੁੱਕ ਟੂ ਇੰਪਰੂਵ ਫਿਊਚਰ ਪਰਫਾਰਮੈਂਸ ਵੀ ਆਪਾਂ ਨੂੰ ਠੀਕ ਕਰਨੀ ਪੈਂਦੀ ਹੈ। ਕੰਟਰੋਲ ਇਜ਼ ਬੈਕਵਰਡ ਲੁਕਿੰਗ ਐਜ਼ ਇਟ ਕੰਪੇਅਰ ਐਕਚੁਅਲ ਪਰਫਾਰਮੈਂਸ। ਕੰਟਰੋਲ ਬੈਕਵਰਡ ਵੀ ਹੁੰਦੀ ਹੈ ਕਿ ਜੋ ਆਪਣੀ ਕੰਪੇਅਰ ਕਰਦੀ ਐਕਚੁਅਲ ਪਰਫਾਰਮੈਂਸ ਤੇ ਜਿਹੜੀ ਸਟੈਂਡਰਡ ਪਰਫਾਰਮੈਂਸ ਹੁੰਦੀਆਂ ਨੇ। ਇਟ ਇਨਵੋਲਵ ਸਕਰੂਟਨਾਈਜ਼ਿੰਗ ਦ ਇਵੈਂਟਸ ਆਫਟਰ ਦੇ ਹੈਵ ਟੇਕਨ ਪਲੇਸ। ਸਕਰੂਟਨਾਈਜ਼ ਕਰਨਾ ਕਿਸੇ ਚੀਜ਼ ਨੂੰ ਦੇਖਣਾ ਦੁਬਾਰਾ ਕਿ ਜੋ ਵੀ ਪਰਫਾਰਮੈਂਸ ਹੋਗੀ ਉਸਨੂੰ ਦੁਬਾਰਾ ਰੀਚੈਕ ਕਰਨਾ। ਓਕੇ, ਇੰਪੋਰਟੈਂਸ ਆਫ ਕੰਟਰੋਲਿੰਗ ਅਕੰਪਲਿਸ਼ਿੰਗ ਆਰਗੇਨਾਈਜੇਸ਼ਨ ਗੋਲ। ਆਲ ਪਲਾਨਸ ਇਨ ਐਨ ਆਰਗੇਨਾਈਜੇਸ਼ਨ ਆਰ ਪ੍ਰੀਪੇਅਰ ਟੂ ਸੈਟ ਗੋਲਸ। ਜਿੰਨੇ ਵੀ ਆਪਾਂ ਪਲਾਨ ਕਰਦੇ ਆਰਗੇਨਾਈਜੇਸ਼ਨ ਦੇ ਵਿੱਚ ਕਿ ਆਪਾਂ ਗੋਲਸ ਨੂੰ ਅਚੀਵ ਕਰਦੇ ਹਾਂ। ਕੰਟਰੋਲਿੰਗ ਫੰਕਸ਼ਨ ਇੰਸ਼ੋਰਸ ਦੈਟ ਆਲ ਗੋਲਸ ਆਰ ਅਚੀਵਡ ਐਜ਼ ਪਰ ਦ ਪਲਾਨਸ। ਕੰਟਰੋਲਿੰਗ ਫੰਕਸ਼ਨ ਇੰਸ਼ੋਰ ਕਰਦੀ ਹੈ ਕਿ ਜੋ ਵੀ ਆਪਾਂ ਨੇ ਗੋਲ ਬਣਾਏ ਨੇ ਉਹ ਪਲਾਨਸ ਦੇ ਅਕੋਰਡਿੰਗ ਅਚੀਵ ਹੋਣ। ਇਨ ਕੇਸ ਦੇਅਰ ਇਜ਼ ਐਨੀ ਸਲੈਕਨੈਸ ਇਨ ਰੀਚਿੰਗ ਦ ਗੋਲਸ ਦੈਨ ਇਮੀਡੀਏਟ ਸਟੈਪਸ ਆਰ ਟੇਕਨ ਟੂ ਰੈਕਟੀਫਾਈ। ਅਗਰ ਕੁਛ ਵੀ ਪ੍ਰੋਬਲਮਸ ਆਉਂਦੀਆਂ ਨੇ ਨਾ, ਕੁਛ ਵੀ ਆਉਂਦਾ ਸਲੈਕ ਆਉਂਦਾ ਵੀ ਕੁਝ ਵੀ ਆਪਣੇ ਜਿਹੜੇ ਗੋਲਸ ਨੇ ਅਚੀਵ ਨਹੀਂ ਹੋ ਪਾ ਰਹੇ ਤਾਂ ਉਸ ਚੀਜ਼ ਨੂੰ ਠੀਕ ਕਰੋ, ਇਮੀਡੀਏਟਲੀ ਠੀਕ ਕਰੋ। ਐਂਡ ਸੀ ਦੈਟ ਪਰਫਾਰਮੈਂਸ ਗੋਜ਼ ਐਜ਼ ਪਰ ਪਲਾਨਸ। ਫਿਰ ਦੇਖੋ ਕਿ ਆਪਣੀ ਜੋ ਪਰਫਾਰਮੈਂਸ ਹੈ ਉਹ ਐਜ਼ ਪਰ ਪਲਾਨ ਚੱਲ ਰਹੀ ਹੈ। ਵੈਨ ਦ ਥਿੰਗਸ ਗੋ ਐਜ਼ ਪਰ ਪਲਾਨਸ ਆਰਗੇਨਾਈਜੇਸ਼ਨ ਗੋਲ ਵਿਲ ਬੀ ਅਚੀਵ। ਜਦ ਥਿੰਗਸ ਆਪਣੀਆਂ ਇੱਕ ਪ੍ਰੋਪਰਲੀ ਵੇ ਦੇ ਨਾਲ ਹੋਣਗੀਆਂ, ਹੈ ਨਾ। ਜਿੱਦਾਂ ਆਪਾਂ ਖਾਣਾ ਹੈ, ਅਗਰ ਆਪਾਂ ਖਾਣਾ ਪ੍ਰੋਪਰਲੀ ਤਰੀਕੇ ਨਾਲ ਬਣਾਵਾਂਗੇ, ਨਮਕ ਮਿਰਚ ਪ੍ਰੋਪਰ ਇੰਗਰੀਡੀਐਂਟਸ ਉਹਦੇ ਵਿੱਚ ਪਾਵਾਂਗੇ ਤਾਂ ਖਾਣਾ ਆਪਣਾ ਬਹੁਤ ਅੱਛੇ ਤਰੀਕੇ ਨਾਲ ਬਣਦਾ ਨਾ। ਤਾਂ ਦੈਟ ਮੀਨਸ ਕਿ ਆਪਣਾ ਗੋਲਸ ਅੱਛੇ ਤਰੀਕੇ ਨਾਲ। Okay, the next topic, the next point is judging accuracy of standards. फिर जो भी ਆਪਾਂ ਨੇ ਮਤਲਬ an effective control system helps the organization to verify whether the standards set are accurate and objective. ਕਿ ਜੋ ਵੀ ਜਿਹੜੇ ਸਟੈਂਡਰਡਸ ਆਏ ਨੇ ਆਪਣੇ ਕੋਲ, ਜੋ ਆਪਾਂ ਨੇ ਕੀਤਾ ਸੀਗਾ ਕਿ ਆਪਾਂ ਨੇ ਇੰਨੀ ਪਰਫਾਰਮੈਂਸ ਕਰਨੀਆਂ ਨੇ, ਕਿ ਉਹ ਠੀਕ ਨੇ। ਇਟ ਫਰਦਰ ਹੈਲਪ ਇਨ ਰਿਵਿਊਇੰਗ ਐਂਡ ਰਿਵਾਈਜ਼ਿੰਗ ਦ ਸਟੈਂਡਰਡਸ ਅਕੋਰਡਿੰਗ ਟੂ ਦ ਚੇਂਜਸ ਇਨ ਦ ਆਰਗੇਨਾਈਜੇਸ਼ਨ ਐਂਡ ਦ ਇਨਵਾਇਰਮੈਂਟ। ਜਿਹੜੇ ਵੀ ਆਪਾਂ ਨੇ ਸਟੈਂਡਰਡਸ ਪਲਾਨਸ ਬਣਾਏ ਨੇ ਉਹ ਆਪਾਂ ਅਕੋਰਡਿੰਗਲੀ ਜੋ ਆਪਾਂ ਨੂੰ ਇਨਵਾਇਰਮੈਂਟ ਡਿਮਾਂਡ ਕਰ ਰਿਹਾ ਆਪਾਂ ਉਸਦੇ ਅਕੋਰਡਿੰਗ ਉਸਨੂੰ ਚੇਂਜ ਕਰ ਸਕਦੇ ਹਾਂ। ਮੇਕਿੰਗ ਐਫੀਸ਼ੀਐਂਟ ਯੂਜ਼ ਆਫ ਰਿਸੋਰਸਿਸ। ਕੰਟਰੋਲਿੰਗ ਚੈੱਕ ਕਰਦਾ ਹੈ ਕਿ ਜਿਹੜੇ ਈਚ ਐਂਡ ਇੰਡੀਵਿਜੂਅਲ ਸਟੇਟਸ ਜਿਹੜੀ ਆਪਾਂ ਆਪਰੇਟ ਕਰਦੇ ਹਾਂ ਉਹ ਸਹੀ ਤਰੀਕੇ ਨਾਲ ਹੋ ਰਹੀ ਹੈ, ਕਿ ਐਕਟੀਵਿਟੀ ਜੋ ਵੀ ਪਰਫਾਰਮ ਹੋ ਰਹੀ ਹੈ ਕਿ ਉਹ ਜਿਹੜੇ ਆਪਾਂ ਨੇ ਸਟੈਂਡਰਡਸ ਡਿਟਰਮਾਈਨ ਕੀਤੇ ਸੀ ਅਕੋਰਡਿੰਗ ਉਹਦੇ ਹੋ ਰਹੀ ਹੈ। ਤੇ ਯੂਜ਼ ਆਫ ਰਿਸੋਰਸਿਸ ਇਹਦੇ ਨਾਲ ਪ੍ਰੋਪਰ ਹੁੰਦਾ ਹੈ। ਇੰਪਰੂਵਿੰਗ ਇੰਪਲੋਈ ਮੋਟੀਵੇਸ਼ਨ। ਦ ਗੋਲ ਐਂਡ ਦ ਸਟੈਂਡਰਡ ਸੈਟ ਆਫ ਦ ਇੰਪਲੋਈਜ਼ ਆਰ for appraisal and communicated to the employees well in advance। ਜਿਹੜੇ ਆਪਾਂ ਨੇ ਗੋਲਸ ਤੇ ਸਟੈਂਡਰਡਸ ਇੰਪਲੋਈ ਨੂੰ ਅਪਰੇਜ਼ ਮਿਲਦਾ ਹੈ ਕਿ ਹਾਂਜੀ ਉਸਨੇ ਗੋਲਸ ਤੇ ਸਟੈਂਡਰਡਸ ਬਹੁਤ ਅੱਛੇ ਤਰੀਕੇ ਨਾਲ ਅਚੀਵ ਕੀਤੇ ਨੇ, ਤਾਂ ਉਹਨੂੰ ਇਹ ਚੀਜ਼ ਦਾ ਬੈਨੀਫਿਟ ਮਿਲਦਾ ਹੈ ਕਿ ਉਹਨਾਂ ਨੂੰ ਹੁੰਦਾ ਹੈ ਕਿ ਜੋ ਅੱਛੀ ਉਹਨਾਂ ਨੇ ਪਰਫਾਰਮੈਂਸ ਕੀਤੀ ਹੈ ਤਾਂ ਉਹ ਅੱਗੇ ਐਫਰਟਸ ਲਗਾ ਕੇ ਉਸਨੂੰ ਹੋਰ ਇੰਪਰੂਵ ਕਰਦੇ ਨੇ। all this will be a good part control system। ਇਹ ਸਭ ਕੰਟਰੋਲ ਸਿਸਟਮ ਦੇ ਅੰਡਰ ਹੀ ਆਉਂਦਾ ਹੈ। ਗੁੱਡ ਕੰਟਰੋਲ ਸਿਸਟਮ ਆਲਸੋ ਗਾਈਡ ਇੰਪਲੋਈ ਟੂ ਕਮ ਆਊਟ ਆਫ ਦੇਅਰ ਪ੍ਰੋਬਲਮਸ। ਗੁੱਡ ਕੰਟਰੋਲ ਦੇ ਵਿੱਚ ਇਹ ਵੀ ਉਹਨਾਂ ਨੂੰ ਆਉਂਦਾ ਕਿ ਜੋ ਵੀ ਉਹਨਾਂ ਦੀ ਪ੍ਰੋਬਲਮ ਅੱਗੇ ਫਰਦਰ ਆਉਂਦੀ ਹੈ ਉਹਨਾਂ ਨੂੰ ਉਹ ਵੀ ਦਿਖਦੀ ਹੈ। ਸਾਰਾ ਚੀਜ਼ ਇਹਦੇ ਅੰਡਰ ਮੋਨੀਟਰ ਹੋ ਜਾਂਦਾ ਹੈ। ਇਨਸ਼ੋਰ ਆਰਡਰ ਐਂਡ ਡਿਸਿਪਲਿਨ। ਅ ਗੁੱਡ ਕੰਟਰੋਲ ਸਿਸਟਮ ਕੀਪ ਅ ਕੌਨਸਟੈਂਟ ਵਾਚ ਔਨ ਦ ਪਰਫਾਰਮੈਂਸ ਆਫ ਇੰਪਲੋਈ। ਜਿਹੜਾ ਗੁੱਡ ਕੰਟਰੋਲ ਸਿਸਟਮ ਹੁੰਦਾ ਹੈ ਨਾ ਉਹ ਮਤਲਬ ਪ੍ਰੋਪਰਲੀ ਆਪਾਂ ਪਰਫਾਰਮੈਂਸ ਆਫ ਇੰਪਲੋਈਜ਼ ਨੂੰ ਦੇਖਦੇ ਹਾਂ। ਦਿਸ ਕ੍ਰੀਏਟ ਐਨ ਐਟਮੋਸਫੇਅਰ ਆਫ ਆਰਡਰ ਐਂਡ ਡਿਸਿਪਲਿਨ ਇਨ ਐਨ ਆਰਗੇਨਾਈਜੇਸ਼ਨ। ਇਹ ਇੱਕ ਡਿਸਿਪਲਿਨ ਲੈ ਕੇ ਆਉਂਦਾ ਹੈ ਆਰਗੇਨਾਈਜੇਸ਼ਨ ਦੇ ਵਿੱਚ। ਸਟ੍ਰਿਕਟ ਕੰਟਰੋਲ ਵਿਲ ਆਲਸੋ ਕੀਪ ਅ ਚੈੱਕ ਔਨ ਅਗਰ ਕੁਝ ਡਿਸਓਨੈਸਟੀ ਆਉਂਦੀ ਹੈ, ਫਰਾਡ ਆਉਂਦਾ ਇੰਪਲੋਈ, ਉੱਥੇ ਵੀ ਇਹ ਚੈੱਕ ਰੱਖਦਾ। वर्क इन्वायरमेंट इंप्रूव करता है अपना। फैसिलिटेटिंग कोऑर्डिनेशन इन एक्शन। कंट्रोल हेल्प इन प्रोवाइडिंग अ कॉमन डायरेक्शन टू ऑल द एक्टिविटीज़ ऑफ। ठीक है कि अपनी ਜਿਹੜੀ ਐਕਟੀਵਿਟੀਜ਼ ਹੁੰਦੀਆਂ ਨੇ ਪ੍ਰੋਪਰ ਤਰੀਕੇ ਨਾਲ ਗੋਲਸ ਦੇ ਨਾਲ ਚੱਲ ਰਹੀਆਂ ਜਾਂ ਨਹੀਂ ਚੱਲ ਰਹੀਆਂ। ਲਿਮਿਟੇਸ਼ਨਸ ਕੀ ਹੈ? ਲਿਮਿਟੇਸ਼ਨਸ ਕੀ ਹੈ? ਲਿਟਲ ਕੰਟਰੋਲ ਔਨ ਐਕਸਟਰਨਲ ਫੈਕਟਰਸ। ਦੇयर ਮੇ ਬੀ ਐਨ ਇਫੈਕਟਿਵ ਕੰਟਰੋਲ। ਆਪਾਂ ਇੰਟਰਨਲੀ ਤਾਂ ਉਸਨੂੰ ਪ੍ਰੋਪਰਲੀ ਕੰਟਰੋਲ ਕਰ ਸਕਦੇ ਬਟ ਆਪਾਂ ਐਕਸਟਰਨਲ ਫੈਕਟਰਸ ਨਹੀਂ ਪ੍ਰੋਪਰ ਕੰਟਰੋਲ ਕਰ ਪਾਉਂਦੇ। ਕਈ ਵਾਰ ਕੀ ਹੁੰਦਾ ਵਿਚ ਆਰ ਨਾਟ ਇਨ ਦ ਐਂਬਿਟ ਆਫ ਮੈਨੇਜਮੈਂਟ ਮੇ ਹੈਵ ਅ ਡਿਵਰਸ ਇਫੈਕਟ ਆਫ ਦ ਵਰਕਿੰਗ ਥੀਸ ਫੈਕਟਰਸ। ਜਿਵੇਂ ਆਪਾਂ ਗਵਰਨਮੈਂਟ ਪੋਲਿਸੀ ਦੇ ਵਿੱਚ ਆਪਣਾ ਕੋਈ ਰੋਲ ਨਹੀਂ। ਅਗਰ ਕੁਛ ਟੈਕਨੋਲੋਜੀ ਚੇਂਜ ਹੋ ਜਾਂਦੀ ਹੈ, ਫੈਸ਼ਨ ਚੇਂਜ ਹੋ ਜਾਂਦਾ, ਇਸਨੂੰ ਆਪਾਂ ਕਿਵੇਂ ਕੰਟਰੋਲ ਕਰਾਂਗੇ? ਇੰਟਰਨਲੀ ਵੀ ਕੈਨ ਕੰਟਰੋਲ ਬਟ ਐਕਸਟਰਨਲੀ ਵੀ ਕਾਂਟ ਕੰਟਰੋਲ। ਓਕੇ, ਕੰਟਰੋਲ ਇਜ਼ ਐਕਸਪੈਂਸਿਵ। ਜਿਹੜਾ ਕੰਟਰੋਲ ਸਿਸਟਮ ਇੱਕ ਹਿਊਜ ਐਕਸਪੈਂਡੀਚਰ ਲੈ ਕੇ ਆਉਂਦਾ ਹੈ ਕਿਉਂਕਿ ਈਚ ਐਂਡ ਐਵਰੀ ਪਰਫਾਰਮੈਂਸ ਨੂੰ ਦੇਖਣਾ, ਰਿਪੋਰਟ ਕਰਨੀ, ਹਾਇਰ ਅਥਾਰਟੀ ਨੂੰ ਦੇਣਾ, ਇਹਦੇ ਵਿੱਚ ਬਹੁਤ ਪੈਸਾ ਲੱਗਦਾ। ਦ ਰਿਕੁਆਇਰ ਨੰਬਰ ਆਫ ਪਰਸਨ ਟੂ ਬੀ ਇੰਪਲੋਇਡ ਫॉर ਦਿਸ ਪਰਸਨਸ। ਇਹਦੇ ਵਿੱਚ ਆਪਾਂ ਨੂੰ ਬਹੁਤ ਪਰਸਨ ਰੱਖਣੇ ਪੈਂਦੇ ਨੇ। ਇਫ ਦ ਪਰਫਾਰਮੈਂਸ ਕੈਨਟ ਬੀ ਕੁਆਂਟੀਟੇਟਿਵਲੀ ਮੇਜਰਡ ਦੈਨ ਇਟ ਵਿਲ ਬੀ ਅਬਜ਼ਰਵਡ ਬਾਈ ਦ ਸੁਪੀਰੀਅਰਸ।
द एक्सरसाइज ऑफ कंट्रोल रिक्वायर बहुत टाइम तो एफर्ट दोनों लगते हैं। लैक ऑफ सैटिस्फैक्टरी स्टैंडर्ड द परफॉर्मेंस ऑफ सर्टेन एक्टिविटी इन्वॉल्विंग ਹਿਊਮਨ ਬਿਹੇਵੀਅਰ ਕੈਨ ਨਾਟ ਬੀ ਫਿਕਸਡ ਇਨ ਟਰਮਸ ਆਫ ਕੁਆਂਟੀਟੀਜ਼। ਆਪਾਂ ਕਈ ਵਾਰ ਹਿਊਮਨ ਬਿਹੇਵੀਅਰ ਨੂੰ ਆਪਾਂ ਕੁਆਂਟੀਟੀਜ਼ ਦੇ ਵਿੱਚ ਨਹੀਂ ਉਸਨੂੰ measure कर सकते। It is difficult to fix standards for the achievement like public relation, management development, human relation research, the evolution of work, person engaged in these ਜਿਹੜੀ ਵੀ ਮਤਲਬ ਇਹਨਾਂ ਦੇ ਵਿੱਚ ਕੀ ਹਿਊਮਨ ਰਿਲੇਸ਼ਨ ਕਿੰਨਾ ਡਿਵੈਲਪ ਹੋ ਰਿਹਾ ਹੈ, ਮੈਨੇਜਮੈਂਟ ਕਿੰਨੀ ਡਿਵੈਲਪ ਹੋ ਰਹੀ ਹੈ, ਰਿਸਰਚ ਕਿੰਨੀ ਆਪਾਂ ਅੱਛੀ ਕਰ ਰਹੇ ਹਾਂ, ਇਹਨੂੰ ਆਪਾਂ ਇਵੈਲੂਏਟ ਨਹੀਂ ਕਰ ਸਕਦੇ। ਰੈਸਿਸਟੈਂਸ ਫਰੋਮ EMPLOYEES the effectiveness of control process will depend upon its acceptability by subordinates since control interfere with the individual action and सबऑर्ਡੀਨੇਟਸ ਨੂੰ ਆਪਾਂ ਬਹੁਤ ਜ਼ਿਆਦਾ ਮਤਲਬ ਇਹਦੇ ਵਿੱਚ ਆਪਾਂ ਉਹਨਾਂ ਨਾਲ ਉਹਨਾਂ ਦੇ ਕੰਟੈਕਟ 'ਚ ਆਉਣਾ ਪੈਂਦਾ। ਤਾਂ ਕਈ ਵਾਰ ਕਿਸੇ ਨੇ ਚੀਜ਼ ਨੂੰ ਅੱਛਾ ਨਹੀਂ ਲੱਗਦਾ ਵੀ ਮੇਰੇ ਨਾਲ ਇੰਨਾ ਇੰਟਰਫੇਅਰੈਂਸ ਕਰਨੀ। ਇਟ ਮੇ ਆਲਸੋ ਇਨਕਰੀਜ਼ ਦ ਪ੍ਰੈਸ਼ਰ ਆਫ ਵਰਕ ਔਨ सबऑर्ਡੀਨੇਟਸ ਵੀ ਪ੍ਰੈਸ਼ਰ ਇਨਕਰੀਜ਼ ਕਰਦਾ ਬਿਕੋਜ਼ ਦੇ ਪਰਫਾਰਮੈਂਸ ਇਜ਼ ਜਦੋਂ ਆਪਾਂ ਪਰਫਾਰਮੈਂਸ ਨੂੰ ਰੈਗੂਲਰਲੀ ਮੋਨੀਟਰ ਕਰਾਂਗੇ ਤਾਂ ਉਸ ਇੱਕ ਪਰਸਨ 'ਤੇ ਵੀ ਇਹ ਪਰਫਾਰਮੈਂਸ ਦਾ ਪ੍ਰੈਸ਼ਰ ਇਨਕਰੀਜ਼ ਕਰਦਾ ਹੈ। ਫਿਰ ਥੀਜ਼ ਫੈਕਟਰਸ ਆਰ ਰਿਸਪੋਂਸੀਬਲ ਫॉर द ਅਪੋਜ਼ਿੰਗ ਆਫ ਕੰਟਰੋਲ ਬਾਈ सबऑर्ਡੀਨੇਟ। ਅਤੇ ਇਹ ਵਾਲੇ ਫੈਕਟਰਸ ਜਿਹੜੇ ਹੁੰਦੇ ਨੇ ਨਾ ਕਈ ਵਾਰ सबऑर्ਡੀਨੇਟਸ ਲਈ ਨੈਗੇਟਿਵ ਮੋਟੀਵੇਸ਼ਨ ਲੈ ਕੇ ਆਉਂਦੇ ਆ। ਠੀਕ ਹੈ, ਨੈਕਸਟ ਆਪਾਂ ਰਿਲੇਸ਼ਨਸ਼ਿਪ ਬਿਟਵੀਨ ਪਲੈਨਿੰਗ ਐਂਡ ਕੰਟਰੋਲਿੰਗ ਕੱਲ੍ਹ ਦੀ ਕਲਾਸ ਦੇ ਵਿੱਚ ਕਰਦੇ ਹਾਂ।